ਜੇ ਇਹ ਕਾਮਯਾਬ ਹੋ ਗਈ ਨਾ ਤੇ ਤੁਸੀਂ ਇਹਨੂੰ ਲੋਕਤੰਤਰ ਦੇਸ਼ ਨਾ ਸਮਝਿਓ ਜੇ ਇਹ ਪੂੰਜੀਵਾਦੀ ਕੰਟਰੀ ਹੋਊਗੀ ਇਸ ਤੋਂ ਬਾਅਦ। ਜ਼ਿਆਦਾ ਸ਼ੋਅ ਕੀਤਾ ਜਾ ਰਿਹਾ ਵੀ ਇਹ ਕਿਸਾਨ ਮੁੱਦਾ ਹੈ ਤੇ ਤਾਂ ਕਿ ਜੋ ਇਹ ਕਿਸਾਨਾਂ ਤੱਕ ਸੀਮਤ ਰਹਿ ਕੇ ਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਰਾਇਤਾਂ ਦੇ ਕੇ ਅਸੀਂ ਦੂਜਾ ਜਿਹੜਾ ਵਰਗ ਆ ਉਹਨੂੰ ਅਸੀਂ ਕੈਚ ਕਰ ਸਕੀਏ। ਇੱਕ ਸਾਈਡ ਅਸੀਂ ਛੱਡ ਦਿੰਨੇ ਆ ਕਿਸਾਨ ਵਾਲੀ, ਪਰ ਦੂਜਾ ਅਸੀਂ ਨਹੀਂ ਛੱਡਣਾ। ਇੱਥੇ ਅੜੀ ਹੋਈ ਆ ਸਰਕਾਰ। ਜੇਕਰ ਇਹ ਰੱਦ ਹੁੰਦੇ ਆ ਤੇ ਦੋਨੋਂ ਸਾਈਡਾਂ ਹੀ ਉਹਨਾਂ ਦੇ ਹੱਥੋਂ ਨਿਕਲਦੀਆਂ। ਇਹ ਅੰਦੋਲਨ ਹੈਗਾ, ਇੱਥੇ ਕਿਸਾਨ ਨਹੀਂ ਪਹੁੰਚਦੇ, ਇੱਥੇ ਹਰ ਇੱਕ ਵਰਗ ਪਹੁੰਚ ਰਿਹਾ ਜਿਹਨੂੰ ਇਸ ਚੀਜ਼ ਦੀ ਸਮਝ ਆ ਰਹੀ ਹੈ। ਜਿਹੜੇ ਹੁਣ ਨੌਜਵਾਨ ਨੇ ਇੱਥੋਂ ਤੱਕ ਸੋਚਣਗੇ ਵੀ ਸਾਨੂੰ ਤਾਂ ਜਿਹੜਾ ਹੈ ਨਾ ਵੀ ਆਪਦੇ ਬੱਚੇ ਵੀ ਪੈਦਾ ਕਰਨ ਦੀ ਲੋੜ ਨਹੀਂ, ਅਸੀਂ ਇੰਨੇ ਜੋਗੇ ਹੈਗੇ ਨਹੀਂ ਵੀ ਉਹਨਾਂ ਨੂੰ ਅਸੀਂ ਕਮਾ ਕੇ ਖਵਾ ਸਕੀਏ। ਉਹਨਾਂ ਦੇ ਭਗਵੇਂ ਕੱਪੜੇ ਪਾਏ ਹੋਏ ਸੀ, ਉਹਨਾਂ ਦੀ ਉੱਥੇ ਗੱਲ ਸੁਣੀ ਗਈ, ਮੇਰੀ ਉੱਥੇ ਗੱਲ ਨਹੀਂ ਸੁਣੀ ਗਈ। ਜੇ ਅੱਜ ਤੋਂ 2017 ਤੋਂ ਇਹ ਗੱਲ ਸੁਣੀ ਹੁੰਦੀ ਤੇ ਅੱਜ ਪੰਜਾਬ ਦੇ ਕਿਸਾਨ ਦੀ ਜਿਹੜੀ ਹੈਗੀ ਸੀਗੀ ਆਮਦਨ ਡਬਲ ਹੋ ਚੁੱਕੀ ਹੋਣੀ ਸੀ। ਇਹ ਬੀਜੇਪੀ ਵਾਲੇ ਆ ਬੜੀ ਵੱਡੀ ਸਾਜ਼ਿਸ਼ ਕਰ ਰਹੇ ਆ, ਦੇਸੀ ਗਾਂ ਦੇ ਨਾਂ ਤੇ ਵੀ ਸਾਜ਼ਿਸ਼ ਕਰ ਰਹੇ ਆ। ਹਰੀ ਕ੍ਰਾਂਤੀ ਇਕੱਲੀ ਨਹੀਂ, ਨਾਲ ਇੱਕ ਚਿੱਟੀ ਕ੍ਰਾਂਤੀ ਵੀ ਆਈ ਜੇ। ਇੱਥੇ ਜਾਣ ਬੁੱਝ ਕੇ ਜਿਹੜਾ ਨੈੱਟ ਬੰਦ ਕੀਤਾ ਗਿਆ ਹੈ, ਇੱਥੇ ਸਾਡੇ ਰੇਂਜ ਨਹੀਂ ਆ ਰਹੀਗੀ ਵੀ ਤਾਂ ਜੋ ਇਹ ਮਤਲਬ ਇੱਕ ਦੂਜੇ ਨਾਲ ਸੰਪਰਕ ਨਾ ਕਰਨ। ਜੋ ਸਮਾਂ ਮਿਲ ਰਿਹਾ ਉਸ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਲੋਕਾਂ ਦਾ ਜਿਹੜਾ ਭਾਈਚਾਰਕ ਅਸੀਂ ਫੁੱਟ ਪਾਈ ਹੋਈ ਆ ਉਹਨੂੰ ਹੋਰ ਕਿਤੇ ਪ੍ਰਫੁੱਲਤ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਕਰਾ ਦਈਏ। ਇਹ ਜਿਹੜਾ ਅੰਦੋਲਨ ਆ ਉਹ ਤਾਰਪੀਟ ਹੋ ਜਾਵੇ। Press the bell icon and never miss a video from newsnumber.com। ਇਹਦੇ ਵਿੱਚ ਜਿੱਦਾਂ ਕਿ ਆਪਾਂ ਨੂੰ ਵੀ ਹੁਣੇ ਵੀ ਕਹਿ ਰਹੇ ਕੰਟਰੈਕਟ ਖੇਤੀ ਕਰਾਂਗੇ ਤੇ ਸੁਧਾਰ ਆਊਗਾ ਹੀ, ਜਿੱਦਾਂ ਸਰਕਾਰਾਂ ਕਹਿ ਰਹੀਆਂ, ਤੇ ਫਿਰ ਆਪਾਂ ਉਹ ਚੀਜ਼ ਨੂੰ ਇਨਕਾਰ ਕਿਉਂ ਕਰਦੇ? ਬਹੁਤ ਵੱਡੀ ਗੱਲ ਹੈ ਜੀ। ਅਸਲ ਦੇ ਵਿੱਚ ਨਾ ਜਿਹੜਾ ਮੈਂ ਸੁਖਵਿੰਦਰ ਸਿੰਘ ਫਰੀਦਕੋਟ ਕਿੰਗਰਾ ਪਿੰਡ ਆਪਣਾ, ਅਸਲ ਦੇ ਵਿੱਚ ਨਾ ਆਪਾਂ ਨੂੰ ਸਮਝਣ ਦੀ ਲੋੜ ਆ ਜਿਹੜੇ ਇਹ ਕਾਨੂੰਨ ਆ, ਕਾਨੂੰਨ ਇਹ ਮਤਲਬ ਬੜੀ ਵਧੀਆ ਪਲੈਨਿੰਗ ਦੇ ਨਾਲ ਬੜੇ ਪਲਾਨ ਕਰਕੇ ਇਹ ਬਣਾਏ ਗਏ ਆ। ਇਹਨਾਂ ਦੇ ਵਿੱਚ ਜਿਹੜਾ ਦੇਖਣ ਨੂੰ ਚੀਜ਼ ਲੱਗ ਰਹੀ ਆ ਉਹ ਹੈ ਨਹੀਂ ਹੈਗੀ। ਜਿਹੜੀ ਅਸਲ ਦੇ ਵਿੱਚ ਇਹਦੇ ਵਿੱਚ ਗੱਲ ਹੈਗੀ ਆ ਨਾ, ਉਹ ਕਿਤੇ ਨਾ ਕਿਤੇ ਸਾਰੇ ਲੋਕਤੰਤਰ ਤੇ ਜਿਹੜੀ ਇਹ ਸੱਟ ਮਾਰੀ ਜਾ ਰਹੀ ਹੈ। ਕਿਉਂਕਿ ਤੁਸੀਂ ਸਮਝੋ, ਤੁਸੀਂ ਸਿਰਫ ਕਿਸਾਨ ਨੂੰ ਲੈ ਕੇ ਚੱਲ ਰਹੇ ਹੋ। ਇਹਦੇ ਵਿੱਚ ਦੋ ਸ਼ਿਕਾਰ ਖੇਡਣੇ ਇਹਨਾਂ ਨੇ। ਇੱਕ ਪਾਸੇ ਕਿਸਾਨ ਤੇ ਇੱਕ ਪਾਸੇ ਜਿਹੜਾ ਕਸਟਮਰ ਆ ਜਿਹਨੇ ਇਹ ਇੱਕ ਬਾਜ਼ਾਰ ਹੈਗਾ, ਇਹਨਾਂ ਨੇ ਦੋਨਾਂ ਤੇ ਸੱਟ ਮਾਰਨੀ ਆ। ਵਿਚਾਲੇ ਬੈਠਿਆ ਦੋ ਮੂੰਹਾ ਸੱਪ ਹੈ। ਉਹ ਕਿਸ ਤਰ੍ਹਾਂ ਜੀ? ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੇ GST ਲਾਇਆ, ਨੋਟਬੰਦੀ ਤੋਂ ਬਾਅਦ 1 ਬਾਏ 1 ਸਟੈਪ ਲਿੱਤੇ। GST ਲਾ ਕੇ ਇਹਨਾਂ ਨੇ ਇੱਕ ਟੈਕਸ ਲੈ ਲਿਆ। ਟੈਕਸ ਦੇ ਅੰਦਰ ਕੀ ਕੀਤਾ ਹੈਗਾ ਕਿ ਜਿਹੜੇ ਸੂਬੇ ਉਹਨਾਂ ਨੂੰ ਅੱਧਾ ਟੈਕਸ ਕਰਤਾ ਵੀ GST ਮੰਨ ਕੇ ਚਲੋ 18% ਆ, 9 ਸੂਬੇ ਨੂੰ ਰਹਿ ਗਈ, 9 ਸੈਂਟਰ ਨੂੰ ਚਲੇਗੀ। ਸੈਂਟਰਲਾਈਜ਼ ਕਰ ਲਿਆ ਉਸ ਚੀਜ਼ ਨੂੰ। ਉਹਦੇ ਵਿੱਚ ਸੂਬਿਆਂ ਦਾ ਜਿਹੜਾ ਅਧਿਕਾਰ ਖੋਲਿਆ, ਉਹ 9 ਜਿਹੜਾ ਹੈਗਾ ਉਹ ਸੂਬੇ ਤੇ ਉਸੇ ਤੇ ਲੱਗਦਾ ਜਾਂ ਕਿਤੇ ਹੋਰ ਲੱਗਦਾ, ਇਹ ਡਿਸਾਈਡ ਕਰੂਗੀ ਸੈਂਟਰ। ਠੀਕ ਹੈ, ਇਹ ਸਮਝਣ ਵਾਲੀ ਗੱਲ। ਦੂਜੀ ਗੱਲ, ਇਹਦੇ ਨਾਲ ਸੈਂਟਰ ਕਿਹੜੇ ਪਾਰਟ ਨੂੰ, ਕਿਹੜੇ ਸੂਬੇ ਨੂੰ ਕਿਸ ਤਰੀਕੇ ਯੂਜ਼ ਕਰਦੀ ਹੈ, ਇਹ ਡਿਸਾਈਡ ਕਰੂਗੀ ਸੈਂਟਰ ਵੀ ਕਿੱਥੋਂ ਅਸੀਂ ਕੀ ਪੈਦਾ ਕਰਕੇ ਕਿੱਥੇ ਲਿਜਾ ਕੇ ਵੇਚਣਾ ਹੈਗਾ, ਹੈ ਨਾ। ਇਸ ਚੀਜ਼ ਨੂੰ ਸਮਝਣ ਦੀ ਲੋੜ ਆ। ਇਸ ਕਰਕੇ ਇਹਨਾਂ ਨੇ GST ਲਿਆਂਦਾ ਪਹਿਲਾਂ, ਉਸ ਤੋਂ ਬਾਅਦ NRC ਲਿਆਂਦੀ। ਠੀਕ ਹੈ, 1 ਬਾਏ 1 ਸਟੈਪ ਲਾਸਟ ਤੇ ਜਿਹੜਾ ਕਿਸਾਨ ਇਹਨਾਂ ਨੇ ਆਹ ਖੇਤੀ ਕਾਨੂੰਨ ਲਾਸਟ ਤੇ ਕਿਉਂ ਕੀਤਾ? ਇਹਦਾ ਕਾਰਨ ਇਹ ਹੈ ਕਿ ਹੁਣ ਇਹਨਾਂ ਨੇ ਲਾਸਟ ਜਿਹੜੀ ਸੱਟ ਮਾਰਨੀ ਸੀਗੀ ਇਹ ਆਮ ਜਨਤਾ ਤੇ ਮਾਰ ਦਿੱਤੀ ਹੈਗੀ ਆ। ਹੁਣ ਅਸੀਂ ਜੇਕਰ ਸੋਧਾਂ ਤੇ ਅੜਜ ਗਏ ਤੇ ਸੋਧਾਂ ਸਾਨੂੰ ਕਰਨ ਲਈ ਤਿਆਰ ਹੈ। ਉਹਦੇ ਵਿੱਚ ਸੋਧਾਂ 'ਚ ਕੀ ਹੋਊਗਾ, ਇਹ ਕਿਸਾਨ ਕਿਤੇ ਨਾ ਕਿਤੇ ਆਪਦੇ ਹਿੱਤ ਬਚਾ ਲੈਣਗੇ, ਜ਼ਮੀਨ ਬਚਾ ਲੈਣਗੇ। ਮੰਨ ਕੇ ਚਲੋ ਕੰਟਰੈਕਟ ਫਾਰਮਿੰਗ ਤੋਂ ਕੈਂਸਲ ਕਰਵਾ ਦੇਣਗੇ। ਠੀਕ ਹੈ, ਕੱਲੀ ਇਹਨਾਂ ਤੋਂ ਪ੍ਰੋਡਕਸ਼ਨ ਖਰੀਦਣਗੇ। ਜਿਹੜੇ FPO ਲੈ ਕੇ ਆਏ ਅਸੀਂ ਵੀ ਪਹਿਲਾਂ ਸੋਚਦੇ ਸੀ ਵੀ ਜਿਹੜੇ FPO ਆ ਕਿਤੇ ਨਾ ਕਿਤੇ ਕਿਸਾਨਾਂ ਦਾ ਫਾਇਦਾ ਕਰਨਗੇ, ਪਰ ਕਿਸਾਨ ਇਕੱਠੇ ਕਰਨੇ ਮੈਨੂੰ ਲੱਗਦਾ ਹੈ ਕਿ ਡੱਡੂਆਂ ਦੀ ਪਸੇਰੀ ਤੋਲਣ ਦੇ ਬਰਾਬਰ ਹੈ ਕਿ 5 ਨੂੰ ਲੈ ਕੇ ਉਹ ਵਿੱਚੋਂ ਇੱਕ ਟੇਢਾ ਹੋ ਜਾਂਦਾ, ਉਹ ਕਹਿੰਦਾ ਮੈਂ ਨਹੀਂ ਇਹ ਚੀਜ਼ ਕਰਨੀ ਹੈਗੀ, ਹੈ ਨਾ। ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਇਹਨਾਂ ਨੇ ਉਹ ਪ੍ਰੋਸੈਸ ਨੂੰ ਇੰਨਾ ਕੁ ਮਤਲਬ ਦੇਖਣ ਨੂੰ ਸੁਣਨ ਨੂੰ ਬੜਾ ਸੋਹਣਾ ਲੱਗ ਰਿਹਾ ਵੀ ਕਿਸਾਨਾਂ ਨੂੰ ਇਕੱਠੇ ਕਰੋ ਤੇ ਇਕੱਠਾ ਪ੍ਰੋਡਿਊਸ ਇੱਕ ਜਗ੍ਹਾ ਤੇ ਕਰੋ ਤੇ ਉਹ ਇੱਕ ਜਗ੍ਹਾ ਤੇ ਕਰਕੇ ਤੁਸੀਂ ਅੱਗੇ ਮੰਡੀ ਕਰੋ। ਇਹ ਕਹਿੰਦੇ ਅਸੀਂ ਵਿਚੋਲੀਏ ਕੱਢਣੇ ਆ। ਵਿਚੋਲੀਏ ਕਿੱਦਾਂ ਕੱਢਣਗੇ? ਤੁਸੀਂ ਦੇਖੋ, FPO ਇੱਕ ਵਿਚੋਲੀਆ, ਫਿਰ ਉਸ ਤੋਂ ਬਾਅਦ ਉਸ ਤੇ ਸਾਰੇ FPO ਦੇ ਉੱਪਰ ਇੱਕ ਬਣੂਗੀ FPC ਬਣੂਗੀ। ਉਹ ਜਾ ਕੇ ਉਹ ਸਾਰੇ ਜਿਹੜੇ FPO ਦੇ ਉੱਪਰ ਉਹਨਾਂ ਨੂੰ ਕੰਟਰੋਲ ਕਰੂਗੀ। ਉਹ FPC ਨੇ ਕੀ ਕਰਨਾ ਹੈਗਾ, ਕੰਪਨੀਆਂ ਨਾਲ ਕੰਟਰੈਕਟ ਕਰਨਾ। ਉਹ ਜਿਹੜਾ ਸਾਰਾ ਪ੍ਰੋਡਕਸ਼ਨ ਹੈਗੀ ਆ ਉਹ ਇੱਕ ਜਗ੍ਹਾ ਤੇ ਇਕੱਠੀ ਕਰਕੇ ਦੇਣਗੇ ਕਿਸਾਨਾਂ ਤੋਂ ਹੀ ਕਰਵਾਈ ਜਾਊਗੀ, ਕਿਸਾਨਾਂ ਤੋਂ ਇਕੱਠੀ ਕਰਵਾਈ ਜਾਊਗੀ। ਖਰੀਦੂਗੀ ਇੱਕ ਜਗ੍ਹਾ ਤੇ ਕੰਪਨੀ ਖਰੀਦ ਕੇ ਉਸ ਤੋਂ ਬਾਅਦ ਕਸਟਮਰ ਨੂੰ ਵੇਚੂਗੀ ਆਪਦੇ ਮਨ ਦੇ ਰੇਟ ਤੇ।
ਉਹਦੇ 'ਚ ਕੀ ਹੋਊਗੀ ਮੋਨੋਪਲੀ ਕਰਕੇ ਇਹ ਜਿਹੜੀ ਆ ਆਮ ਜਨਤਾ ਉਹਦਾ ਮਤਲਬ ਕਿ ਜਿਹੜਾ ਫੂਡ ਸਿਕਿਉਰਿਟੀ ਹੈਗੀ ਆ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ, ਪਰ ਹੁਣ ਤੱਕ ਜਿਹੜੀ ਉਹ ਜ਼ਿੰਮੇਵਾਰੀ ਕੌਣ ਚੱਕ ਰਿਹਾ ਸੀਗਾ? ਕਿਸਾਨ। ਕਿਉਂਕਿ ਕਿਸਾਨ ਨੂੰ ਵਾਜਬ ਰੇਟ ਨਹੀਂ ਦਿੱਤੇ ਜਾ ਰਹੇ। ਤੇ ਕਿਸ ਲਈ ਨਹੀਂ ਦਿੱਤੇ ਜਾ ਰਹੇ? ਕਿਉਂਕਿ ਜਿਹੜੇ ਜਨਤਾ ਹੈਗੀ ਉਹ ਰੌਲਾ ਪਾਉਂਦੀ ਆ ਕਿ ਉਹਨਾਂ ਨੂੰ ਫੂਡ ਜਿਹੜਾ ਮਹਿੰਗਾ ਹੁੰਦਾ, ਉਹਨਾਂ ਦੀ ਪਹੁੰਚ ਤੋਂ ਬਾਹਰ ਹੁੰਦਾ। ਪਰ ਇਹ ਜ਼ਿੰਮੇਵਾਰੀ ਬਣਦੀ ਹੁੰਦੀ ਆ ਸਰਕਾਰ ਦੀ ਆਪਣੇ ਆਵਾਮ ਦੀ ਜਿਹੜੀ ਫੂਡ ਆ ਉਹਨੂੰ ਸਸਤਾ ਕਿਵੇਂ ਪ੍ਰੋਵਾਈਡ ਕਰਨਾ, ਨਾ ਕਿ ਕਿਸਾਨ ਦੀ। ਪਰ ਉਹ ਚੱਕ ਰਿਹਾ ਸੀ ਕਿਸਾਨ ਦੇ ਮੋਢਿਆਂ ਤੇ ਸੀ ਹੁਣ ਤੱਕ। ਉਹ ਵੰਡੀ ਹੋਈ ਸਾਰੇ ਮਤਲਬ ਕਿ ਸੈਂਟਰ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਵੰਡੀ ਹੋਈ ਸਾਰੇ ਕਿਸਾਨਾਂ ਦੇ ਮੋਢਿਆਂ ਤੇ ਸੀ। ਉਹ ਕਿਸਾਨ ਚੱਕ ਰਿਹਾ ਸੀਗਾ ਤੇ ਆਪਦਾ ਵੀ ਜਿਹੜਾ ਉਹ ਜੀਵਨ ਪੱਧਰ ਚਲਾ ਰਿਹਾ ਸੀਗਾ। ਇਸੇ ਕਰਕੇ ਕਿਸਾਨ ਕਰਜ਼ਾਊ ਹੋਇਆ। ਇਹ ਕਹਿ ਰਹੇ ਆ ਕਿ ਅਸੀਂ ਇਨਵੈਸਟਮੈਂਟ ਦੀ ਲੋੜ ਆ ਸਾਡੇ ਖੇਤੀ ਸੈਕਟਰ ਦੇ ਵਿੱਚ। ਬਿਲਕੁਲ ਅਸੀਂ ਕਹਿੰਦੇ ਆ ਇਨਵੈਸਟਮੈਂਟ ਦੀ ਲੋੜ ਹੈਗੀ ਆ, ਪਰ ਉਹਦਾ ਤਰੀਕਾ ਗਲਤ ਆ ਤੁਹਾਡਾ। ਜੇਕਰ ਤੁਸੀਂ ਸਿੱਧਾ ਕਾਰਪੋਰੇਟ ਨੂੰ ਵਿੱਚ ਇਨਵੋਲਵ ਕਰਦੇ ਆ ਤੇ ਕਿਤੇ ਨਾ ਕਿਤੇ ਤੁਸੀਂ ਕਿਸਾਨ ਨੂੰ ਬਾਹਰ ਕਰਕੇ ਉਹਨਾਂ ਦੀ ਜ਼ਮੀਨਾਂ ਦੇ ਉੱਪਰ ਆ ਕੇ ਤੇ ਇਹ ਜਿਹੜਾ ਪ੍ਰੋਡਕਸ਼ਨ ਜਿਹੜੀ ਹੈਗੀ ਆ ਫੂਡ ਸਿਕਿਉਰਿਟੀ ਵਾਲਾ ਸਿਸਟਮ ਆ ਉਹ ਆਪਣੇ ਹੱਥਾਂ 'ਚ ਲੈ ਰਹੇ ਹੋ। ਜੇਕਰ ਦੇਖੋ ਤੁਸੀਂ ਅਸੀਂ ਹਰ ਇੱਕ ਚੀਜ਼ ਬਿਨਾਂ ਸਾਰ ਸਕਦੇ ਹਾਂ। ਸਾਡੇ ਕੱਪੜੇ ਅਸੀਂ ਉਹ ਸਸਤੇ ਪਾ ਸਕਦੇ ਹਾਂ, ਕਾਰ ਮੋਬਾਈਲ ਤੋਂ ਬਗੈਰ ਸਾਰ ਸਕਦੇ ਹਾਂ, ਪਰ ਜੇਕਰ ਬੱਚੇ ਨੇ ਜਨਮ ਲਿਆ ਤੇ ਉਹਦਾ ਪਹਿਲਾ ਜਿਹੜਾ ਕੀ ਆ ਲੋੜ ਹੈਗੀ ਆ ਉਹਦੇ ਫੂਡ ਹੈ। ਤੇ ਫੂਡ ਕਿੱਥੋਂ ਮਿਲਣਾ? ਉਹਨੇ ਤਾਂ ਕੋਈ ਕਮਾਉਣਾ ਨਹੀਂ ਹੈਗਾ, ਠੀਕ ਹੈ ਨਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਹੁਤ ਵੱਡੇ ਭਿਆਨਕ ਰਿਜ਼ਲਟ ਆਉਣਗੇ, ਕਿਉਂਕਿ ਜਦੋਂ ਅਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ ਕਿ ਇਹ ਜਿਹੜਾ ਕਾਨੂੰਨ ਹੈਗਾ ਇਹਦੇ ਨਾਲ ਸਾਡਾ ਕਿੰਨਾ ਕੁ ਲਾਸ ਹੋਊਗਾ। ਲਾਸ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਾਸ ਹੋਣਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਕੀ ਹੋਣਾ। ਜਦੋਂ ਇਹਨਾਂ ਦੇ ਆ ਗਏ ਫੂਡ ਸਿਕਿਉਰਿਟੀ ਤੋਂ ਸਰਕਾਰ ਹੋ ਗਈ ਸਾਈਡ। ਪਹਿਲਾਂ ਦੇਖੋ ਸਿਹਤ ਤੋਂ ਇਹ ਤੇ ਪਾਸੇ ਹੋ ਗਿਆ, ਉਸ ਤੋਂ ਬਾਅਦ ਐਜੂਕੇਸ਼ਨ ਤੋਂ ਵੀ ਸਾਈਡ ਹੋ ਗਿਆ, ਉਹ ਵੀ ਪ੍ਰਾਈਵੇਟ ਆ ਗਿਆ ਸਾਰਾ ਕੁਝ, ਹੈ ਨਾ। ਉਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਲੋਕਤੰਤਰ ਦੇ ਅਧਿਕਾਰ ਤੋਂ ਪਰੇ ਲਿਜਾ ਰਹੇ ਆ। ਇਹ ਸਾਡਾ ਦੇਸ਼ ਜਿਹੜਾ ਲੋਕਤੰਤਰ ਤੋਂ ਹੁਣ ਪੂੰਜੀਵਾਦੀ ਬਣ ਚੁੱਕਿਆ। ਤੇ ਆਹ ਲਾਸਟ ਵਾਲੀ ਜਿਹੜੀ ਸੱਟ ਆ ਇਹ ਜੇ ਇਹ ਕਾਮਯਾਬ ਹੋ ਗਈ ਨਾ ਤੇ ਤੁਸੀਂ ਇਹਨੂੰ ਲੋਕਤੰਤਰ ਦੇਸ਼ ਨਾ ਸਮਝਿਓ, ਜੇ ਇਹ ਪੂੰਜੀਵਾਦੀ ਕੰਟਰੀ ਹੋਊਗੀ ਇਸ ਤੋਂ ਬਾਅਦ। ਤੇ ਉਸ ਕਰਕੇ ਮਤਲਬ ਇੱਥੋਂ ਕਈ ਲੋਕ ਜਿਹੜੇ ਇਸ ਚੀਜ਼ ਨੂੰ ਸਮਝਣਗੇ ਉਹ ਮਾਈਗ੍ਰੇਟ ਹੋ ਜਾਣਗੇ। ਜਿਹੜੇ ਇੱਥੇ ਰਹਿ ਜਾਣਗੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਊਗਾ, ਬਹੁਤ ਜ਼ਿਆਦਾ ਸ਼ੋਸ਼ਣ ਹੋਊਗਾ। ਜੇ ਚਾਹਣਗੇ 8 ਘੰਟੇ ਕੰਮ, ਜੇ ਚਾਹਣਗੇ 12 ਘੰਟੇ, ਉਹ ਇਹਨਾਂ ਦੀ ਡਿਸੀਜਨ ਹੋਊਗਾ। ਇਸ ਤੋਂ ਅਗਲਾ ਰਿਜ਼ਲਟ ਜਿਹੜਾ ਤੁਹਾਨੂੰ ਮੈਂ ਦੱਸਣਾ ਸੀਗਾ ਇਹ ਕਾਨੂੰਨ ਦੇ ਨਾਲ ਲੌਂਗ ਟਾਈਮ ਬਾਅਦ ਕੀ ਆਊਗਾ ਕਿ ਜਿਹੜੀ ਆਪਣੀ ਜਨਤਾ ਹੈਗੀ ਆ ਉਹਨਾਂ ਦੇ ਵਿੱਚ ਜਿਹੜੇ ਆ ਮਾਨਸਿਕ ਜਿਹੜਾ ਪ੍ਰੈਸ਼ਰ ਵੱਜੂਗਾ ਕੰਮ ਦੇ ਪ੍ਰਤੀ, ਫੂਡ ਦੇ ਪ੍ਰਤੀ। ਉਹਨਾਂ ਨੂੰ ਜਿਹੜੀਆਂ ਲੋੜਾਂ ਹੋਣਗੀਆਂ ਉਹੀ ਨਹੀਂ ਪੂਰੀਆਂ ਹੋਣਗੀਆਂ ਤੇ ਉਹ ਜਿਹੜੇ ਰਿਲੇਸ਼ਨ ਦੇ ਪ੍ਰਤੀ ਵੀ ਉਹਨਾਂ ਦੀ ਜਿਹੜੀ ਰੁਚੀ ਘਟ ਜੂਗੀ। ਉਹ ਕਿਤੇ ਨਾ ਕਿਤੇ ਮੈਰਿਜ ਕਰਵਾਉਣ ਤੋਂ ਵੀ ਗਰੇਜ਼ ਕਰਨਗੇ। ਸਾਡੇ ਨੌਜਵਾਨ ਜਿਹੜੇ ਉਹ ਮੈਰਿਜ ਕਰਨ ਤੋਂ ਵੀ ਗਰੇਜ਼ ਕਰਾਉਣਗੇ। ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਵੀ ਨਹੀਂ ਲੈਣਗੇ। ਇੱਥੋਂ ਤੱਕ ਜਿਹੜੀ ਸਥਿਤੀ ਆ ਜੂਗੀ ਕਿ ਇਸ ਕੰਟਰੀ ਦੇ ਵਿੱਚ ਜਿਹੜਾ ਇਹ ਲਾਅ ਆ ਗਿਆ, ਇਸ ਤੋਂ ਬਾਅਦ ਇਹਨੂੰ ਲਾਅ ਤੁਹਾਡਾ ਲੋਕਤੰਤਰ ਦਾ ਲਾਸਟ ਜਿਹੜੀ ਸੱਟ ਵੱਜੂਗੀ। ਤੁਹਾਡਾ ਲੋਕਤੰਤਰ ਇਸ ਤੋਂ ਬਾਅਦ ਨਹੀਂ ਰਹਿ ਗਿਆ। ਇਹਨੂੰ ਲੋਕਤੰਤਰੀ ਤੁਸੀਂ ਰਾਜ ਨਹੀਂ ਕਹਿ ਸਕਦੇਗੇ। ਬੇਸ਼ੱਕ ਅੱਜ ਮੀਡੀਆ ਵੀ ਇਹਨਾਂ ਦੇ ਨਾਲ ਹੈਗਾ ਤੇ ਜਿਹੜਾ ਆਮ ਵਰਗ ਹੈਗਾ ਉਹਨੂੰ ਨਹੀਂ ਹੈਗੀ ਇਸ ਚੀਜ਼ ਦੀ ਜਾਗਰੂਕਤਾ। ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜ਼ਿਆਦਾ ਸ਼ੋਅ ਕੀਤਾ ਜਾ ਰਿਹਾ ਵੀ ਇਹ ਕਿਸਾਨ ਮੁੱਦਾ ਹੈ, ਤੇ ਤਾਂ ਕਿ ਜੋ ਇਹ ਕਿਸਾਨਾਂ ਤੱਕ ਸੀਮਤ ਰਹਿ ਕੇ ਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਰਾਇਤਾਂ ਦੇ ਕੇ ਅਸੀਂ ਦੂਜਾ ਜਿਹੜਾ ਵਰਗ ਆ ਉਹਨੂੰ ਅਸੀਂ ਕੈਚ ਕਰ ਸਕੀਏ। ਹੁਣ ਇਹ ਇੱਕ ਪਾਸੇ ਤੁਹਾਨੂੰ ਮੈਂ ਜਿਵੇਂ ਦੱਸਿਆ ਵੀ ਦੋਨੋਂ ਪਾਸੇ ਕਿਵੇਂ ਕੰਟਰੋਲ ਕਰੂਗੀ। ਇੱਕ ਪਾਸੇ ਵਾਲਾ ਜੇ ਕਿਸਾਨ ਇਹਨਾਂ ਤੋਂ ਬਚ ਵੀ ਜਾ ਰਿਹਾ ਨਾ ਇਸ ਟਾਈਮ ਇੱਕ ਜਿਹੜੀ ਇਸ ਸਥਿਤੀ ਦੇ ਵਿੱਚ ਖੜੀ ਹੋਈ ਆ ਸਰਕਾਰ, ਕਿ ਉਹ ਸੋਚਦੀ ਪਈ ਆ ਕਿ ਜੇਕਰ ਮੰਨ ਕੇ ਚੱਲੋ ਤੁਸੀਂ ਅਸੀਂ ਇੱਕ ਸਾਈਡ ਅਸੀਂ ਛੱਡ ਦਿੰਦੇ ਆ ਕਿਸਾਨ ਵਾਲੀ, ਪਰ ਦੂਜਾ ਅਸੀਂ ਨਹੀਂ ਛੱਡਣਾ। ਇੱਥੇ ਅੜੀ ਹੋਈ ਆ ਸਰਕਾਰ। ਜੇਕਰ ਇਹ ਰੱਦ ਹੁੰਦੇ ਆ ਤੇ ਦੋਨੋਂ ਸਾਈਡਾਂ ਹੀ ਉਹਨਾਂ ਦੇ ਹੱਥੋਂ ਨਿਕਲਦੀਆਂ। ਚਲੋ ਇੱਕ ਚੀਜ਼ ਮੈਂ ਤੁਹਾਡੀ ਮਤਲਬ ਸਾਰੀ ਚੀਜ਼ ਬੜੀ ਵਧੀਆ ਤੁਸੀਂ ਸਮਝਾ ਵੀ ਦਿੱਤੀ ਆ। ਸਪੋਜ਼ ਕਰੋ ਐਡੀ ਵੱਡੀ ਐਕਸਰਸਾਈਜ਼ ਹੋ ਗਈ ਆਪਣੀ, ਐਡੇ ਵੱਡਾ ਮਤਲਬ ਆਪਾਂ ਇੱਕ ਸੰਘਰਸ਼ ਚਾਲੂ ਕਰ ਲਿਆ। ਚਲੋ ਅੱਜ ਉਹਨਾਂ ਨੇ ਵਾਪਸ ਵੀ ਲੈ ਲਏ ਆਪਣੇ, ਬਟ ਇਹ ਸੰਘਰਸ਼ ਤੋਂ ਆਪਾਂ ਨੂੰ ਇੱਕ ਫਾਇਦਾ ਕਿਹੜਾ ਹੋਇਆ ਫਿਰ? ਇਹਦੇ ਵਿੱਚ ਫਾਇਦਾ ਇਹ ਹੋਇਆ ਕਿ ਜਿਹੜਾ ਇਹਨਾਂ ਨੇ ਲੋਕਤੰਤਰ ਦਾ ਜਿਹੜਾ ਇਹ ਆਪਾਂ ਨੂੰ ਮਤਲਬ ਡਿਵਰਸੀਫਿਕੇਸ਼ਨ ਦਾ ਇਹਨਾਂ ਨੇ ਰੂਲ ਅਪਣਾਇਆ ਸੀਗਾ ਵੀ ਸਾਨੂੰ ਅਲੱਗ-ਅਲੱਗ ਕਰਤਾ, ਵੀ ਕਿਸੇ ਨੂੰ ਕੌਮ ਦੇ ਆਧਾਰ 'ਤੇ ਕਰਤਾ, ਕਿਸੇ ਨੂੰ ਊਚ ਨੀਚ ਦੇ ਆਧਾਰ 'ਤੇ ਕਰਤਾ, ਵੀ ਜਿਵੇਂ ਅਮੀਰ ਗਰੀਬ ਦੇ ਆਧਾਰ 'ਤੇ, ਹੈ ਨਾ। ਅਤੇ ਉਹ ਕਿਤੇ ਨਾ ਕਿਤੇ ਸਾਡੇ ਭਾਈਚਾਰਕ ਸਾਂਝ ਜਿਹੜੀ ਉਹ ਬਹੁਤ ਵਧੀਆ। ਅਤੇ ਇਹਦੇ ਨਾਲ ਜਿਹੜਾ ਇਹ ਅੰਦੋਲਨ ਹੈਗਾ ਇੱਥੇ ਕਿਸਾਨ ਨਹੀਂ ਪਹੁੰਚਦੇ, ਇੱਥੇ ਹਰ ਇੱਕ ਉਹ ਵਰਗ ਪਹੁੰਚ ਰਿਹਾ ਜਿਹਨੂੰ ਇਸ ਚੀਜ਼ ਦੀ ਸਮਝ ਆ ਰਹੀ ਹੈ ਅਤੇ ਉਹ ਭਾਈਚਾਰਕ ਸਾਂਝ ਨੂੰ ਵਧਾ ਰਿਹਾ। ਇੱਥੇ ਤੁਸੀਂ ਦੇਖ ਰਹੇ ਹੋ ਹਰਿਆਣੇ ਦੇ ਵੀ ਆ, ਹਿਮਾਚਲ ਦੇ ਵੀ ਆ, ਰਾਜਸਥਾਨ ਦੇ ਵੀ ਆ, ਜਿਹੜੇ ਕੀ ਆ ਲੰਗਰ ਲਾ ਰਹੇ ਆ ਅਤੇ ਪੰਜਾਬ ਨੂੰ ਇਸ ਟਾਈਮ ਉਹ ਦੂਜਾ ਬੜੇ ਬਾਈ ਦੇ ਨਾਲ ਬੁਲਾ ਰਹੇ ਆ। ਸਾਨੂੰ ਇੱਕ ਰੁਤਬਾ ਦਿੱਤਾ ਉਹਨਾਂ ਨੇ ਅਤੇ ਸਾਨੂੰ ਉਹ ਰੁਤਬੇ ਨੂੰ ਕਾਇਮ ਰੱਖ ਕੇ ਸਾਡੇ ਲੀਡਰਾਂ ਨੂੰ ਚਾਹੀਦਾ ਕਿ ਕਦੇ ਵੀ ਇਹੋ ਜਿਹਾ ਫੈਸਲਾ ਨਾ ਲੈਣ ਕਿ ਸਾਨੂੰ ਪੰਜਾਬ ਨੂੰ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ। ਧੰਨਵਾਦ। ਇਹਦੇ ਵਿੱਚ ਫਾਇਦਾ ਮੈਂ ਇਹ ਦੱਸਣਾ ਚਾਹਾਂਗਾ ਵੀ ਗੁਰਬਾਣੀ ਸਾਨੂੰ ਜੀਵਨ ਜਿਉਣ ਦੀ ਜਾਚ ਦੱਸਦੀ। ਜਿੱਥੇ ਗੁਰਬਾਣੀ ਦੱਸਦੀ ਵੀ ਖੁਆਰ ਹੋਏ ਸਭ ਮਿਲਣਗੇ। ਹੁਣ ਸਾਰੇ ਖੱਜਲ ਖੁਆਰ ਹੋਏ ਆ ਜੀ। ਕਿਸਾਨ ਵੀ ਹੋਇਆ, ਨੌਕਰੀ ਪੇਸ਼ੇ ਵਾਲੇ ਵੀ ਹੋਏ ਆ, ਮਜ਼ਦੂਰ ਵੀ ਹੋਏ ਆ ਅਤੇ ਸਾਰੇ ਇਕੱਠੇ ਹੋਏ ਆ। ਅਤੇ ਸਾਡੇ ਕੋਲ ਇਹ ਮਾਡਲ ਹੈਗਾ ਹੈ ਜੋ ਸਾਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੱਸਦੀ ਹੈ ਨਾ, ਉਹ ਸਾਡੇ ਸਿਰਫ ਪ੍ਰਚਾਰਕਾਂ ਨੇ ਸਾਨੂੰ ਮੱਥਾ ਟੇਕਣ ਤੱਕ ਰੱਖਿਆ।
ਤੇ ਜਦੋਂ ਅਸੀਂ ਗੁਰਬਾਣੀ ਆਧਾਰਿਤ ਆਪਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਆਂਗੇ ਨਾ, ਕਿਉਂਕਿ ਗੁਰਬਾਣੀ ਸਾਨੂੰ ਸਾਦਾ ਖਾਣਾ, ਸਾਦਾ ਪਾਉਣਾ, ਸਾਦਾ ਰਹਿਣਾ ਦੱਸਦੀ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਦੱਸਦੀ। ਬੜੀ ਸਾਜ਼ਿਸ਼ ਦੇ ਤਹਿਤ ਸਾਨੂੰ ਗੁਰਬਾਣੀ ਤੋਂ ਦੂਰ ਕੀਤਾ ਗਿਆ ਤੇ ਜਿਹੜੀ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ, ਇਹ ਸਿੱਖਿਆ ਜਿਹੜੀ ਹੈਗੀ ਗੁਰਬਾਣੀ ਦੇ ਬਿਲਕੁਲ ਹੀ ਉਲਟ ਦਿੱਤੀ ਗਈ ਹੈ। ਜਦ ਕਿ ਸਾਨੂੰ ਗੁਰਬਾਣੀ ਇਹ ਦੱਸਦੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਇਹ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਨਾ, ਜਿੰਨੇ ਦੇ ਅਸੀਂ ਬੱਚਿਆਂ ਨੂੰ ਆਪਦਿਆਂ ਨੂੰ ਡਿਗਰੀਆਂ ਕਰਵਾ ਲਈਆਂ, ਮਤਲਬ ਡਿਗਰੀਆਂ ਕਰਵਾਉਣ ਤੋਂ ਬਾਅਦ ਨੌਕਰੀਆਂ ਮਿਲ ਨਹੀਂ ਰਹੀਆਂ ਜਾਂ ਨੌਕਰੀਆਂ ਜਿਨ੍ਹਾਂ ਨੂੰ ਮਿਲ ਵੀ ਗਈਆਂ, ਇਹ ਸਾਡੀ ਸੋਚ ਦਾ ਦਾਇਰਾ ਦਿਨੋਂ ਦਿਨ ਛੋਟਾ ਕਰਦੀ ਹੈ। ਜਿਵੇਂ ਸੁਖਵਿੰਦਰ ਸਿੰਘ ਕਿੰਗਰਾ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਨੌਜਵਾਨ ਨੇ ਇੱਥੋਂ ਤੱਕ ਸੋਚਣਗੇ ਵੀ ਸਾਨੂੰ ਤਾਂ ਜਿਹੜਾ ਹੈ ਨਾ ਵੀ ਆਪਦੇ ਬੱਚੇ ਵੀ ਪੈਦਾ ਕਰਨ ਦੀ ਲੋੜ ਨਹੀਂ, ਅਸੀਂ ਇੰਨੇ ਜੋਗੇ ਹੈਗੇ ਹੀ ਨਹੀਂ ਵੀ ਉਹਨਾਂ ਨੂੰ ਅਸੀਂ ਕਮਾ ਕੇ ਖਵਾ ਸਕੀਏ। ਕਿੱਥੇ ਤਾਂ ਸਾਡੇ ਕੋਲੇ ਇਹੋ ਜਿਹਾ ਮਾਡਲ ਸੀਗਾ ਵੀ ਸਾਡੇ 5-5 7-7 ਜਿਹੜੇ ਹੁੰਦੇ ਸੀਗੇ ਚਾਚੇ ਤਾਏ ਹੁੰਦੇ ਸੀਗੇ ਤੇ ਉਦੋਂ ਲੋਕ ਸੌਖੇ ਸੀਗੇ। ਹੁਣ ਸਾਡੇ ਪੰਜਾਬ ਦੇ ਲੋਕ ਵੇਖੋ ਇੱਕ ਬੱਚੇ ਤੇ ਆ ਗਏ ਤੇ ਫਿਰ ਔਖੇ ਹੋ ਗਏ, ਹੋਰ ਔਖੇ ਹੋ ਗਏ। ਤੇ ਆਪਾਂ ਸਾਰੇ ਗੱਲਾਂ ਕਰਦੇ ਆ ਵੀ ਪਹਿਲਾ ਸਮਾਂ ਚੰਗਾ ਸੀਗਾ, ਸਾਰੀ ਗੱਲ ਕਰਦੇ ਆ ਚੰਗਾ ਕਿਉਂ ਸੀ, ਕਾਰਨ ਕੀ ਸੀ, ਉਹਦੇ ਵੱਲੇ ਕੋਈ ਜਾ ਨਹੀਂ ਰਿਹਾ ਗਾ। ਉਹ ਚੰਗਾ ਸੀ ਇਹ ਸਮਝਦੇ ਆ ਵੀ 47 ਤੋਂ ਪਹਿਲਾਂ ਦਾ ਜਿਹੜਾ ਮਾਡਲ ਹੈਗਾ ਸੀ ਸਾਡਾ ਖੇਤੀਬਾੜੀ ਮਾਡਲ, ਭਾਈਚਾਰਕ ਸਾਂਝ ਸੀਗੀ, ਸਾਰਾ ਸਿਸਟਮ ਵਧੀਆ ਸੀਗਾ। ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਸੀਗਾ, ਸਾਡੇ ਬਜ਼ੁਰਗ ਜਿਹੜਾ ਦੱਸਦੇ ਆ ਵੀ 3-3 4-4 ਰਾਤਾਂ ਜਿਹੜੀਆਂ ਬਰਾਤਾਂ ਰੱਖੀਆਂ ਜਾਂਦੀਆਂ ਸੀ, ਅੱਜ ਸਾਡੇ ਤੋਂ 3-3 ਘੰਟੇ ਨਹੀਂ ਰੱਖੀਆਂ ਜਾਂਦੀਆਂ। ਉਹ ਸਾਡਾ ਜਿਹੜਾ ਮਾਡਲ ਬੜੀ ਸਾਜ਼ਿਸ਼ ਦੇ ਤਹਿਤ ਗਵਾਇਆ ਗਿਆ। ਸਾਡਾ ਕੋਆਪਰੇਟਿਵ ਸੀਗਾ, ਜਦੋਂ ਸਾਡੇ ਜਿਹੜੇ ਬਜ਼ੁਰਗ ਸੀ ਇੱਕ ਦੂਜੇ ਨਾਲ ਰਲ ਮਿਲ ਕੇ ਜਿਹੜੀ ਇਹ ਸਾਰੀ ਜ਼ਮੀਨ ਵਾਹੁੰਦੇ ਸੀਗੇ। ਕੋਈ ਇੰਝ ਹੈਗਾ ਨਹੀਂ ਸੀ ਵੀ ਜ਼ਮੀਨ ਜਿਹੜਾ ਹਰਿਤ ਕ੍ਰਾਂਤੀ ਜਿਹੜਾ ਰੈਵੋਲੂਸ਼ਨ ਆਇਆ ਉਹਨਾਂ ਆਪ ਨੂੰ ਫਾਇਦਾ ਹੋਇਆ ਹੀ ਘੱਟ ਹੋਇਆ? ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਹਰੀ ਕ੍ਰਾਂਤੀ ਇਕੱਲੀ ਨਹੀਂ, ਨਾਲ ਇੱਕ ਚਿੱਟੀ ਕ੍ਰਾਂਤੀ ਵੀ ਆਈ ਜੇ। ਉਹਦੇ ਬਾਰੇ ਜਿਹੜੀ ਵਾਲੇ ਲੋਕ ਗੱਲ ਮਤਲਬ ਨਹੀਂ ਸਮਝਦੇ, ਉਹ ਹੈਗੀ ਵਲੈਤਨ ਗਾਵਾਂ ਵਾਲੀ, ਜਿਹਦੇ ਕਰਕੇ ਜਿਹੜਾ ਸਾਡੇ ਪੰਜਾਬ ਦਾ ਕਿਸਾਨ ਵੀ ਪਰੇਸ਼ਾਨ ਹੈ, ਆਮ ਲੋਕ ਵੀ ਪਰੇਸ਼ਾਨ ਹੈਗੇ ਨੇ। ਕਿਉਂਕਿ ਜਿਹੜੀ ਵਲੈਤਨ ਗਾਵਾਂ ਦੀ ਗੱਲ ਕਰੀਏ ਤੇ ਇਹ 2-4 ਸੂਬੇ ਸੂ ਕੇ ਇਹ ਸੜਕਾਂ 'ਤੇ ਆ ਜਾਂਦੀਆਂ, ਕਿਉਂਕਿ ਠੰਡੇ ਦੇਸ਼ ਦੀਆਂ ਇਹ ਗਾਵਾਂ ਨੇ, ਇੱਥੇ ਸਾਡੇ ਵਾਤਾਵਰਣ ਦੇ ਅਨੁਕੂਲ ਨਹੀਂ ਹੈਗੀਆਂ, ਜਿਹਦੇ ਕਰਕੇ ਸਾਡਾ ਹਿੰਦੂ ਧਰਮ ਵਾਲੇ ਵੀਰਾਂ ਨਾਲ ਵੀ ਟਕਰਾਅ ਹੁੰਦਾ ਹੈ। ਕਿਉਂਕਿ ਇਹ ਗੱਲ ਤੈਅ ਹੋ ਚੁੱਕੀ ਹੈ ਕਿ ਜਿਹੜੀ ਇਹ ਵਲੈਤਨ ਗਾਂ ਹੈ, ਇੱਕ ਗਾਂ ਨਹੀਂ ਗੀ, ਗਾਂ ਵਰਗਾ ਇੱਕ ਜਾਨਵਰ ਹੈ। ਵਿੱਚ ਵੀ ਜਿਹੜੇ ਬੀਜੇਪੀ ਵਾਲੇ ਆ ਬੜੀ ਵੱਡੀ ਸਾਜ਼ਿਸ਼ ਕਰ ਰਹੇ ਆ, ਦੇਸੀ ਗਾਂ ਦੇ ਨਾਂ 'ਤੇ ਵੀ ਸਾਜ਼ਿਸ਼ ਕਰ ਰਹੇ ਆ। ਕਿਉਂਕਿ ਅਸੀਂ ਪਿਛਲੇ ਕੋਈ 8 ਸਾਲ ਤੋਂ ਦੇਸੀ ਗਾਂ ਨੂੰ ਨਸਲ ਸੁਧਾਰ ਕਰਨ ਵਾਲੇ ਪਾਸੇ ਲੱਗੇ ਆ। ਪਹਿਲਾਂ ਸਾਨੂੰ ਲੱਗਦਾ ਹੁੰਦਾ ਸੀਗਾ ਵੀ ਇਹ ਕੰਮ ਜਿਹੜਾ ਕਰ ਰਹੇ ਆ ਸਹੀ ਕਰ ਰਹੇ ਆ, ਪਰ ਉਹ ਹੁਣ ਅਸੀਂ ਜਦੋਂ ਇਹ ਵੇਖਿਆ ਸਾਰਾ ਕੁਝ ਵੀ ਨਾਂ ਤੋਂ ਜ਼ਰੂਰ ਕੰਮ ਹੋ ਰਿਹਾ ਹੈ, ਪਰ ਅਸਲ ਦੇ ਵਿੱਚ ਕੰਮ ਹੋ ਨਹੀਂ ਰਿਹਾ। ਜਦੋਂ ਮੈਨੂੰ ਭਾਰਤ ਸਰਕਾਰ ਵੱਲੋਂ 2017 ਦੇ ਵਿੱਚ 1 ਜੂਨ 2017 ਨੂੰ ਗੋਪਾਲ ਰਤਨ ਅਵਾਰਡ ਮਿਲਿਆ, ਆਪਣੇ ਖੇਤੀਬਾੜੀ ਮੰਤਰੀ ਰਾਧੇ ਮੋਹਨ ਸੀਗੇ, ਉਹਨਾਂ ਦਿੱਤਾ। ਉੱਥੇ ਪੁੱਛਿਆ ਗਿਆ ਸੀ ਵੀ ਇਹੋ ਜਿਹਾ ਕਿਹੜਾ ਢੰਗ ਤਰੀਕਾ ਹੋ ਸਕਦਾ ਹੈ ਵੀ ਦੇਸੀ ਨਸਲ ਦੀਆਂ ਗਾਵਾਂ ਦੇ ਵਿੱਚ ਸੁਧਾਰ ਹੋਵੇ ਤੇ ਦੁੱਧ ਵੀ ਜ਼ਿਆਦਾ ਦੇਣ ਤੇ ਇਹਨਾਂ ਦੀ ਗਿਣਤੀ ਜ਼ਿਆਦਾ ਵਧੇ। ਫਿਰ ਮੈਂ ਉੱਥੇ ਇਹ ਗੱਲ ਦੱਸੀ ਸੀ ਕਿ ਸਾਡੇ ਪੰਜਾਬ ਦੇ ਜਿਹੜੇ ਫਾਰਮਰ ਨੇ, ਇਹਨਾਂ ਨੇ HF ਗਾਵਾਂ ਰੱਖੀਆਂ ਹੈ, ਇਹ ਬਰੀਡ ਬਾਰੇ ਬਹੁਤ ਜ਼ਿਆਦਾ ਸਮਝ ਰੱਖਦੇ ਆ ਤੇ ਇਹਨਾਂ ਨੂੰ ਬ੍ਰਾਜ਼ੀਲ ਤੋਂ ਸੀਮਨ ਤੇ ਭਰੂਣ ਜੇ ਲਿਆ ਕੇ ਦਿੱਤਾ ਜਾਵੇ ਤੇ ਇਹਨਾਂ ਦੀ ਆਮਦਨ ਜਿਹੜੀ ਪ੍ਰਧਾਨ ਮੰਤਰੀ ਚਾਹੁੰਦਾ ਹੈ ਵੀ ਡਬਲ ਕਰਨੀ ਹੈ, ਡਬਲ ਬੜੇ ਸੌਖੇ ਤਰੀਕੇ ਨਾਲ ਹੋ ਸਕਦੀ, ਡਬਲ ਤੋਂ ਵੀ ਜ਼ਿਆਦਾ ਹੋ ਸਕਦੀ ਤੇ ਸਾਰੇ ਦੇਸ਼ ਨੂੰ ਇਹ ਦੇਸੀ ਨਸਲ ਦੀਆਂ ਗਾਵਾਂ ਜਿਹੜੀਆਂ ਤਿਆਰ ਕਰਕੇ ਦੇ ਸਕਦੇ ਆ, ਚੰਗੀ ਕਿਸਮ ਦੀਆਂ। ਤੇ ਉਸ ਤੋਂ ਇਲਾਵਾ ਜਿਹੜੇ ਇਹ ਕਿਸਾਨ ਪਰੇਸ਼ਾਨ ਹੋ ਰਹੇ ਆ ਬੇਸਹਾਰਾ ਗਾਵਾਂ ਕਰਕੇ, ਜਾਂ ਸਾਡਾ ਹਿੰਦੂ ਵੀਰਾਂ ਨਾਲ ਜਿਹੜਾ ਟਕਰਾਅ ਹੋ ਰਿਹਾ, ਕਿਉਂਕਿ ਉਹ ਸਾਰੀਆਂ ਗਾਵਾਂ ਨੂੰ ਗਊਸ਼ਾਲਾ 'ਚ ਰੱਖ ਨਹੀਂ ਸਕਦੇ ਤੇ ਕਿਸਾਨਾਂ ਨੂੰ ਪਰੇਸ਼ਾਨ ਕਰਦੀਆਂ ਤੇ ਉਹ ਮਤਲਬ ਇੱਥੇ ਟਕਰਾਅ ਹੋਇਆ ਰਹਿੰਦਾ ਹੈ। ਤੇ ਉਹ ਜਿਹੜੀ ਹਿੰਦੂ ਧਰਮ ਵਾਲੇ ਵੀਰਾਂ ਨਾਲ ਸਾਡੀ ਭਾਈਚਾਰਕ ਸਾਂਝ ਵੀ ਬਣੀ ਰਹਿ ਸਕਦੀ ਸੀ ਜੇ ਇਹਦੇ 'ਤੇ ਕੰਮ ਹੁੰਦਾ। ਪਰ ਜਦੋਂ ਉੱਥੇ ਮੈਂ ਦੱਸਿਆ, ਉਹ ਮੇਰੀ ਗੱਲ ਸੁਣਨ ਦੀ ਬਜਾਏ ਉੱਥੇ ਕੁਝ ਹੋਰ ਸੀ। ਗਊ ਭਗਤ ਉਹ ਜਿਹੜੇ ਬਰੀਡ ਤੇ ਕੰਮ ਕਰ ਰਹੇ ਸੀ, ਜਿਹੜੇ 5-5 7-7 ਲੱਖ ਰੁਪਏ ਦੇ ਬੱਚੇ ਵੇਚ ਰਹੇ ਆ ਦੇਸੀ ਗਾਵਾਂ ਦੇ ਨਾਂ ਦੇ, ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਬ੍ਰਾਜ਼ੀਲ ਤੋਂ ਸੀਮਨ ਤੇ ਭਰੂਣ ਦੀ ਲੋੜ ਨਹੀਂ ਹੈਗੀ। ਤੇ ਉਹਨਾਂ ਦੇ ਭਗਵੇ ਕੱਪੜੇ ਪਾਏ ਹੋਏ ਸੀ, ਉਹਨਾਂ ਦੀ ਉੱਥੇ ਗੱਲ ਸੁਣੀ ਗਈ, ਮੇਰੀ ਉੱਥੇ ਗੱਲ ਨਹੀਂ ਸੁਣੀ ਗਈ। ਜੇ ਅੱਜ ਤੋਂ 2017 ਤੋਂ ਇਹ ਗੱਲ ਸੁਣੀ ਹੁੰਦੀ ਤੇ ਅੱਜ ਪੰਜਾਬ ਦੇ ਕਿਸਾਨ ਦੀ ਜਿਹੜੀ ਹੈਗੀ ਸੀਗੀ ਆਮਦਨ ਡਬਲ ਹੋ ਚੁੱਕੀ ਹੋਣੀ ਸੀ। ਉਸ ਤੋਂ ਬਾਅਦ ਭਾਰਤ ਸਰਕਾਰ ਦਾ ਜਿਹੜਾ ਹੈ ਕੈਲਾਸ਼ ਚੌਧਰੀ ਮੰਤਰੀ ਹੈਗਾ, ਇਹ ਮੇਰੇ ਫਾਰਮ ਤੇ ਵੀ ਗਿਆ ਸੀਗਾ, ਮੇਰੇ ਨਾਲ ਸੁਸਾਇਟੀ ਮੈਂਬਰ ਵੀ ਸਾਰੇ, ਅਸੀਂ ਉੱਥੇ ਉਹਨਾਂ ਨੂੰ ਇਹ ਵੀ ਸਮਝਾਇਆ ਕਿ ਅਜੇ ਵੀ ਜੇ ਤੁਸੀਂ ਪੰਜਾਬ ਦੇ ਕਿਸਾਨ ਨੂੰ ਐਂਬਰੀਓ ਤੇ ਸੀਮਨ ਮੰਗਾ ਕੇ ਦਿਓ ਤੇ ਇਹ ਜਿਹੜਾ ਹੈ
ਮਸਲਾ ਹੱਲ ਹੋ ਸਕਦਾ, ਕਿਸਾਨ ਦੀ ਆਮਦਨ ਵੀ ਡਬਲ ਹੋ ਸਕਦੀ ਹੈ, ਇਹਨਾਂ ਦੀਆਂ ਸਮੱਸਿਆਵਾਂ ਘੱਟ ਹੋ ਸਕਦੀਆਂ, ਪਰ ਉਹਨਾਂ ਤੇ ਕੋਈ ਵੀ ਉਹ ਵਿਸ਼ੇ ਤੇ ਗੱਲ ਨਹੀਂ ਹੋਈ। ਅਸੀਂ ਇਹ ਸਮਝਦੇ ਹਾਂ, ਪਹਿਲਾਂ ਇਹ ਅਸੀਂ ਸਮਝਦੇ ਸੀਗੇ ਕਿ ਭਾਰਤ ਸਰਕਾਰ ਖਾਸ ਕਰਕੇ ਆਪਣਾ ਪ੍ਰਧਾਨ ਮੰਤਰੀ ਇਹ ਕਿਸਾਨ ਹਿੱਤ 'ਚ ਕੰਮ ਕਰ ਰਿਹਾ, ਪਰ ਜਦੋਂ ਹੁਣ ਸਾਨੂੰ ਇਹ ਲੱਗਿਆ ਹੈ ਕਿ ਵਾਕਿਆ ਹੀ ਇਹ ਕਿਸਾਨਾਂ ਦੇ ਹਿੱਤ 'ਚ ਕੰਮ ਨਹੀਂ ਕਰ ਰਿਹਾ, ਇਹ ਤਾਂ ਉਹ ਵਿਦੇਸ਼ੀ ਕੰਪਨੀਆਂ ਦੇ ਹਿੱਤ 'ਚ ਕੰਮ ਕਰ ਰਿਹਾ ਜਿਨ੍ਹਾਂ ਨੂੰ ਇਹ ਫਾਇਦਾ ਦੇਣਾ ਚਾਹੁੰਦਾ ਹੈ। ਮੇਕ ਇਨ ਇੰਡੀਆ ਵਾਲਾ ਜਿਹੜਾ ਨਾਰਾ ਫਿਰ ਉਹ ਗਲਤੀ ਹੈ ਇਹਨਾਂ ਦਾ ਨਾ ਤੋਂ ਇਹ ਸਿਰਫ ਹੋਈ, ਕਿਉਂਕਿ ਅਸੀਂ ਬੜੀ ਬਰੀਕੀ ਨਾਲ ਅਸੀਂ ਸਾਰੇ ਇਹ ਕੰਮ ਨੂੰ ਪਿਛਲੇ 8-10 ਸਾਲ ਤੋਂ ਸਮਝਿਆ, ਤੇ ਉਹਦੇ ਵਿੱਚ ਵੀ ਇਹੋ ਜਿਹੀਆਂ ਪਾਲਿਸੀਆਂ ਗਲਤ ਬਣਾਈਆਂ ਜਿਹਦੇ 'ਚ ਕਿਹਾ ਗਿਆ ਕਿ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾ ਕੇ ਤੇ ਇਹ ਕਿਸਾਨ ਨੂੰ ਮਤਲਬ ਇਹਨਾਂ ਦੀ ਮਦਦ ਕੀਤੀ ਜਾਏਗੀ। ਉਹ ਮਦਦ ਕਰਨ ਦੀ ਬਜਾਏ ਸਗੋਂ ਉਲਟਾ ਨੁਕਸਾਨ ਕੀਤਾ ਜਾ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਕਿਸਾਨ ਨੂੰ ਪਹਿਲਾਂ ਹੀ ਲੋੜ ਤੋਂ ਵੱਧ ਕਰਜ਼ਾ ਬਗੈਰ ਮੰਗਣ ਤੋਂ, ਸਾਡੀ ਕਿਸੇ ਵੀ ਕਿਸਾਨ ਯੂਨੀਅਨ ਦੀ ਮੰਗ ਨਹੀਂ ਸੀ, ਕਿਸੇ ਸੰਸਥਾ ਦੀ ਮੰਗ ਨਹੀਂ ਸੀ ਕਿ ਪੰਜਾਬ ਦੇ ਕਿਸਾਨ ਨੂੰ ਇੰਨਾ ਕਰਜ਼ਾ ਦਿੱਤਾ ਜਾਵੇ। ਉਹ ਕਾਰਪੋਰੇਟ ਨੂੰ ਫਾਇਦਾ ਦੇਣ ਦੀ ਖਾਤਰ ਪੰਜਾਬ ਦੇ ਕਿਸਾਨ ਨੂੰ ਕਰਜ਼ਾ ਦਿੱਤਾ ਗਿਆ, ਜਿਹਦੇ ਕਰਕੇ ਪੰਜਾਬ ਦਾ ਕਿਸਾਨ ਪਹਿਲਾਂ ਡਿਫਾਲਟਰ ਹੈ। ਹੁਣ ਜਿਹੜੀ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਰਾਹੀਂ ਕਰਜ਼ਾ ਦਿੱਤਾ ਜਾ ਰਿਹਾ, ਉਹਦੇ 'ਚ ਮੇਨ ਇਹ ਕਿਹਾ ਜਾ ਰਿਹਾ ਕਿ ਤੁਸੀਂ ਜੇ 200 ਕਿਸਾਨ ਇਕੱਠੇ ਹੋ ਕੇ ਫਾਰਮਰ ਪ੍ਰੋਡਿਊਸਰ ਕੰਪਨੀ ਬਣਾਉਂਦੇ ਜੇ, ਤੁਹਾਨੂੰ 2 ਕਰੋੜ ਤੱਕ ਲੋਨ ਦਿੱਤਾ ਜਾਵੇਗਾ, ਜਿਹਦੇ ਤੇ ਵਿਆਜ ਘੱਟ ਕੀਤੀ ਜਾਏਗੀ। ਤੇ ਅਸੀਂ ਹੈਰਾਨ ਆ ਵੀ ਪੰਜਾਬ ਦਾ ਕਿਸਾਨ ਤਾਂ ਅੱਗੇ ਕਰਜ਼ਾ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੇ ਇਹਦੀ ਬਜਾਏ ਜੇ ਇਹ ਸਰਕਾਰਾਂ ਵਾਕਿਆ ਹੀ ਜਿਹੜੇ ਕਿਸਾਨਾਂ ਨੂੰ ਅੱਗੇ ਲੈ ਕੇ ਆਉਣੀਆਂ ਚਾਹੁੰਦੀਆਂ, ਕਰਜ਼ੇ ਦੀ ਲੋੜ ਨਹੀਂ ਹੈਗੀ ਸਾਨੂੰ। ਜੇ ਸਾਨੂੰ ਪਾਈਪਾਂ ਤੇ ਅੰਡਰਗਰਾਊਂਡ ਪਾਈਪਾਂ ਤੇ 90% ਤੱਕ ਸਬਸਿਡੀ ਮਿਲ ਸਕਦੀ ਹੈ, ਜਿਹੜੀ ਕਿ ਇੱਕ ਬੰਦੇ ਨੇ 80 85 ਲੱਖ ਤੱਕ ਲਈ ਹੋਈ ਹੈ, ਤੇ ਪਿੰਡ ਦੇ ਕੋਈ 100 ਨੌਜਵਾਨਾਂ ਨੂੰ ਜੇ ਇਸ ਤਰ੍ਹਾਂ ਸਿੱਧੀ ਗ੍ਰਾਂਟ ਦਿੱਤੀ ਜਾਵੇ ਵੀ 10% ਪੈਸਾ ਇਹ ਪਾਉਣ, 90% ਸਰਕਾਰ ਪਾਵੇ, ਤੇ ਹਰੇਕ ਤਰ੍ਹਾਂ ਦੇ ਪ੍ਰੋਸੈਸਿੰਗ ਯੂਨਿਟ ਇਹ ਪਿੰਡਾਂ 'ਚ ਲਾ ਸਕਦੇ ਆ, ਤੇ ਅਸੀਂ ਕੁਆਲਿਟੀ ਪੈਦਾ ਕਰ ਸਕਦੇ ਹਾਂ ਕਿਸਾਨ। ਹਾਲਾਂਕਿ ਦੁਨੀਆ ਦੇ ਕੁਆਲਿਟੀ ਦੀ ਮੰਗ ਹੈ, ਤੇ ਪੈਦਾ ਕਰਕੇ ਪ੍ਰੋਸੈਸਿੰਗ ਕਰਕੇ ਤੇ ਅਸੀਂ ਦੁਨੀਆ ਨੂੰ ਦੇ ਸਕਦੇ ਹਾਂ, ਕੋਈ ਇਹੋ ਜਿਹੀ ਸਮੱਸਿਆ ਰਹੇਗੀ ਨਹੀਂ ਜੇ ਮਤਲਬ ਸਰਕਾਰਾਂ ਹੱਲ ਕਰਨਾ ਚਾਹੁਣ ਤਾਂ। ਪਰ ਸਾਨੂੰ ਇਹ ਲੱਗ ਰਿਹਾ ਵੀ ਇਹ ਜਿਹੜਾ ਇੱਕ ਆਮ ਜਨਤਾ ਦੇ ਜਾਂ ਕਿਸਾਨਾਂ ਦੇ ਹੱਕ 'ਚ ਨਹੀਂ ਹੋ ਰਿਹਾ, ਇਹ ਸਾਰਾ ਕੁਝ ਜਿਹੜਾ ਹੈਗਾ ਕੰਪਨੀਆਂ ਦੇ ਹੱਕ 'ਚ ਹੋ ਰਿਹਾ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਦਾ ਕਿ ਆਪਾਂ ਇਹ ਗੱਲ ਨਾ ਸਮਝੀਏ ਕਿ ਜਿਹੜੀ ਬੀਜੇਪੀ ਆ ਉਹੀ ਆ ਸਾਡੇ ਲਈ ਘਾਤਕ ਆ। ਜਿਹੜੀ ਪਿਛਲੀ ਸਰਕਾਰ ਲੰਘ ਕੇ ਗਈ ਆ, ਉਹਨਾਂ ਨੇ ਜਿਹੜੀ ਆ ਸਾਨੂੰ ਕਰਜ਼ੇ ਦਾ ਨਾਮ ਬਦਲ ਕੇ ਲਿਮਟ ਦਾ ਰੱਖ ਕੇ ਸਾਨੂੰ ਜਿਹੜਾ ਕਰਜ਼ਾ ਦਿੱਤਾ ਗਿਆ, ਉਹ ਕਿਹੜੀ ਪ੍ਰੋਸੈਸ ਦੇ ਆਧਾਰ ਦਿੱਤਾ ਗਿਆ, ਉਹਦੇ ਕਾਰਨ ਜਿਹੜਾ ਉਹ GDP ਨੂੰ ਚੱਕਣ ਵਾਸਤੇ ਦਿੱਤਾ ਗਿਆ ਸੀਗਾ। ਜਿਹੜਾ ਉਸ ਸਰਕਾਰ ਦੇ ਸਮੇਂ ਦੇ ਵਿੱਚ ਜਿਹੜੀ GDP ਦੀ ਗਰੋਥ ਇੰਨੀ ਰਹੀ ਆ ਨਾ, ਉਹਦਾ ਕਾਰਨ ਇਹ ਸੀ ਕਿ ਜਿਹੜੇ ਕਿਸਾਨ ਆ ਉਹ ਕਰਜ਼ਾ ਲੈ ਕੇ ਜਿਹੜਾ ਬਾਜ਼ਾਰ ਨੂੰ ਚਲਾ ਰਹੇ ਸੀਗੇ, ਤੇ ਉਹ ਵੀ ਕਿਤੇ ਨਾ ਕਿਤੇ ਜਿਹੜਾ GDP ਦਾ ਬੋਝ ਵੀ ਸੀਗਾ ਉਹ ਕਿਸਾਨਾਂ ਦੇ ਮੋਢਿਆਂ ਤੇ ਧਰਿਆ ਜਾ ਰਿਹਾ ਸੀਗਾ। ਤੇ ਇਸ ਸਮੇਂ ਜਿਹੜਾ ਇਹ ਪ੍ਰੋਸੈਸ ਚੱਲ ਰਿਹਾ ਹੈਗਾ, ਇਹ ਵੀ ਬਿਲਕੁਲ ਉਹੀ ਚੱਲ ਰਿਹਾ ਹੈਗਾ। FPO ਬਣਾਉਣਗੇ, FPO ਨੂੰ ਕਰਜ਼ਾ ਦੇਣਗੇ, ਤੇ ਕਰਜ਼ਾ ਦੇ ਕੇ ਉਹ ਕਰਜ਼ਾ ਵੰਡਿਆ ਕਿਹਦੇ ਤੇ ਜਾਣਾ ਹੈਗਾ, ਕਿਸਾਨਾਂ ਦੇ ਉੱਪਰ। ਤੇ ਉਹ ਫਿਰ ਇਹਨਾਂ ਨੇ ਜਿਹੜੀ GDP ਇੰਨੀ ਥੱਲੇ ਗਈ ਆ, ਤੇ ਇਹਨਾਂ ਨੇ ਸੋਚਿਆ ਕਿ ਜਿਹੜੀ ਸਿਰਫ ਐਗਰੀਕਲਚਰ ਦੀ ਬੇਸ ਤੇ ਜਿਹੜੀ 3% GDP ਉੱਪਰ ਹੈ, ਤੇ ਉਹ ਤਾਂ ਕਿਉਂ ਨਾ ਆਪਾਂ ਸਾਰਾ ਕੁਝ ਕਿਉਂ ਨਾ ਇਹਦੇ ਉੱਪਰ ਹੀ ਛੱਡ ਦਈਏ। ਜੇਕਰ ਇੱਕ ਸਵਾਲ ਮੇਰਾ ਸੀ ਕਿ ਜਿੱਦਾਂ ਇੱਕ ਵੱਡੀ ਅਮਾਉਂਟ ਕਰਕੇ ਬੋਲ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਨੂੰ ਹਰ ਸਾਲ ਦਾ ਅਸੀਂ ਮਤਲਬ ਆਪਾਂ ਨੂੰ ਕਿਸਾਨ ਦੇ ਪੱਲੇ ਤੇ 6-6 ਹਜ਼ਾਰ ਹੀ ਆਉਂਦਾ ਹੈ, ਪਰ ਇੱਕ ਜਦੋਂ ਕੋਈ ਲੀਡਰ ਦੱਸਦਾ ਹੈ ਨਾ, ਤੇ ਉਹ ਇਦਾਂ ਦੱਸਦਾ ਹੈ ਕਿ 6000 ਕਰੋੜ ਦਿੱਤਾ ਹੈ ਕਿਸਾਨ ਨੂੰ, 7000 ਕਰੋੜ। ਆਪਾਂ ਨੂੰ ਇਹ ਨਹੀਂ ਸੋਚਦੇ ਉਹਦੇ ਵਿੱਚ ਕਿ 6000 ਰੁਪਈਆ ਮਿਲਿਆ ਤੇ ਲਾਗੇ ਹੋਰ ਚੀਜ਼ਾਂ ਕਿੰਨੀਆਂ ਵਧੀਆਂ। ਉਹਦੇ ਵਿੱਚ ਪਤਾ ਕੀ ਹੈ, ਉਹਦੇ ਵਿੱਚ ਇਹ 6000 ਕਰੋੜ ਤਾਂ ਬੋਲਦੇ ਹੈਗੇ ਪੂਰਾ ਮਤਲਬ ਲੋਕਾਂ ਨੂੰ ਸੁਣਾ ਕੇ, ਜਿਹੜਾ ਉਹਦੇ ਵਿੱਚ ਕਿਸਾਨਾਂ ਦੀ ਗਿਣਤੀ ਆ ਉਹ ਨਹੀਂ ਦੱਸਦੇ। ਤੇ ਉਹਦੇ 'ਚ ਕਿਤੇ ਐਂ ਦੱਸਣ ਨਾ ਵੀ ਅਸੀਂ ਕਿਸਾਨ ਨੂੰ ਕਿੰਨਾ ਦਿੱਤਾ। 6000 ਕਰੋੜ ਬੋਲਣ ਹੀ ਨਾ, 6000 ਕਰੋੜ ਬੋਲਣ ਦੀ ਲੋੜ ਨਹੀਂ, ਸਿਰਫ ਕਿਸਾਨ ਨੂੰ ਕਿੰਨਾ ਦਿੱਤਾ ਹੈਗਾ, ਇੱਕ ਕਿਸਾਨ ਨੂੰ ਪਰ ਕਿਸਾਨ ਨੂੰ ਕਿੰਨਾ ਦਿੱਤਾ ਹੈਗਾ ਉਹ ਦੱਸਦੇ ਆ। ਤਾਂ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਦੇ ਵਿੱਚ ਦਮ ਨਹੀਂ ਰਹਿੰਦਾ ਗਾ, ਇਸ ਕਰਕੇ ਜਿਹੜਾ ਉਹ ਜਿਹੜੀ ਅਮਾਊਂਟ ਹੈਗੀ ਆ ਉਹ ਇਕੱਠੀ ਉਹਨੂੰ ਜਿਹੜਾ ਬੋਲ ਰਹੇ ਆ, ਹੈ ਨਾ, ਇਹ ਚੀਜ਼ ਆ। ਤੇ ਬਾਕੀ ਜਿਹੜੀ ਗੱਲ ਸੀਗੀ ਤੁਸੀਂ ਪਹਿਲਾਂ ਵੀ ਕੁਐਸਚਨ ਕੀਤਾ ਸੀਗਾ ਕਿ ਜਿਹੜੀ ਇਹ ਹੁਣ ਮੂਵਮੈਂਟ ਚੱਲੀ ਹੈਗੀ ਆ, ਹੈ ਨਾ, ਤੇ ਅਸੀਂ ਲੀਡਰ ਚੁਣਦੇ ਹੈਗੇ ਆ, ਤੇ ਉਹ ਲੀਡਰ ਕਿਉਂ ਨਹੀਂ ਸਾਡੇ ਰਹਿ ਪਾਉਂਦੇ, ਉਹ ਵੇਖ ਜਾਂਦੇ ਹੈਗੇ ਅੱਗੇ ਜਾ ਕੇ ਅਸੀਂ ਇਸ ਚੀਜ਼ ਨੂੰ ਪ੍ਰੋਸੈਸ ਨੂੰ ਕਿਉਂ ਨਹੀਂ ਕੰਟਰੋਲ ਕਰ ਪਾ ਰਹੇ। ਸਮਝਣ ਵਾਲੀ ਗੱਲ ਆ, ਜਿਹੜੇ ਸਾਡੇ ਧਰਮ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਪੂਜਣ ਤੱਕ ਸੀਮਤ ਰੱਖ ਲਿਆ ਹੈਗਾ, ਪਰ ਉਹ ਜਿਹੜੇ ਧਰਮ ਸੀਗੇ ਉਹ ਇੰਨਾ ਮਤਲਬ ਸਮਾਜ ਸੇਵੀ ਪੈਦਾ ਕਰਦੇ ਸੀਗੇ, ਉਹ ਸਮਾਜ ਸੇਵੀ ਜਿਹੜੇ ਲੀਡਰ ਪੈਦਾ ਕਰਦੇ ਸੀਗੇ। ਜੇਕਰ ਇਹਨਾਂ ਦੇ ਮਗਰ ਸਮਾਜ ਸੇਵੀ ਖੜਨਗੇ, ਧਰਮ ਨੂੰ ਪੱਕ ਜਿਹੜੇ ਸਮਾਜ ਸੇਵੀ ਹੋਣਗੇ ਜਿਨ੍ਹਾਂ ਨੂੰ ਲੋਕ ਮਾਡਲ ਮੰਨਦੇ ਹੈਗੇ ਆ, ਜੇਕਰ ਉਹ ਮਗਰ ਖੜਨਗੇ, ਉਹ ਸਰਕਾਰਾਂ ਦੇ ਅੱਗੇ ਲੀਡਰ ਦੇਣਗੇ, ਤਾਂ ਫਿਰ ਜਿਹੜੀ ਸਰਕਾਰ ਦਾ ਕੋਈ ਵੀ ਲੀਡਰ ਅੱਗੇ ਜਾ ਕੇ ਕੋਈ ਗਲਤ ਫੈਸਲਾ ਨਹੀਂ ਲੈ ਸਕਦਾ। ਜਿਹੜੇ ਅੱਜ 31 ਇਹ ਬੈਠੇ ਹੈਗੇ ਆ, ਜੇਕਰ ਇਹ
ਆਪਣੇ ਆਪ ਚੁਣੇ ਹੋਏ ਤੇ ਆਪਣੇ ਮਗਰ ਉਹ ਲੋਕਾਂ ਨੂੰ ਲੈ ਕੇ ਆਏ ਹੁੰਦੇ ਵੀ ਜਿਹੜੇ ਇਹਨਾਂ ਨੇ ਮਤਲਬ ਕੀ ਆ ਜਿਹੜੇ ਇਹਨਾਂ ਨਾਲ ਜੁੜੇ ਹੋਏ ਆ ਤੇ ਇਹਨਾਂ ਨੇ ਕਦੋਂ ਦੇ ਵਿਕ ਜਾਣਾ ਸੀਗਾ। ਇਹ ਵਿਕ ਕਿਉਂ ਨਹੀਂ ਰਹੇਗੇ? ਕਿਉਂਕਿ ਇਹਦੇ ਮਗਰ ਕਿਤੇ ਨਾ ਕਿਤੇ ਸਾਡੇ ਸਾਰੇ ਧਰਮ ਆ ਕੇ ਖੜ ਗਏ ਆ, ਸਾਰੇ ਸਮਾਜ ਸੇਵੀ ਖੜ ਗਏ ਆ, ਉਹਨਾਂ ਦਾ ਪ੍ਰੈਸ਼ਰ ਜਿਹੜਾ ਉਹ ਬਿਲਡ ਹੋ ਗਿਆ। ਹੁਣ ਅੱਗੇ ਇਹ ਗਲਤੀ ਨਹੀਂ ਕਰ ਸਕਦੇ ਕਿ ਜੇ ਗਲਤੀ ਕਰਨਗੇ ਤੇ ਇਹਨਾਂ ਨੂੰ ਸਮਾਜ ਦਾ ਮਤਲਬ ਬਖਸ਼ੂਗਾ ਨਹੀਂ ਹੈ। ਇਹਦੇ ਵਿੱਚ ਪਤਾ ਕੀ ਹੁੰਦਾ ਜੀ, ਜਦੋਂ ਮੰਨ ਕੇ ਚੱਲੋ ਤੁਸੀਂ ਇੱਕ ਪਾਸੇ ਹਾਰ ਚੁੱਕੇ ਹੋ, ਤੁਹਾਡੇ ਕੋਲੇ ਆਪਸ਼ਨ ਨਹੀਂ ਕੋਈ ਬਚੀ ਹੈਗੀ ਤੇ ਤੁਹਾਡੇ ਕੋਲ ਇੱਕੋ ਆਪਸ਼ਨ ਹੁੰਦੀ ਆ ਸਮਾਂ। ਸਮਾਂ ਕੀ ਆ? ਸਮਾਂ ਹਰੇਕ ਜਿਹੜੀ ਕੀ ਆ ਮਤਲਬ ਬਿਮਾਰੀ ਦਾ ਹੱਲ ਹੈਗਾ। ਵੀ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾ ਰਹੇ ਹੋ ਨਾ, ਜੇਕਰ ਤੁਸੀਂ ਹਾਰ ਚੁੱਕੇ ਹੋ ਤੇ ਜੇਕਰ ਤੁਹਾਨੂੰ ਸਮਾਂ ਮਿਲੀ ਜਾ ਰਿਹਾ ਨਾ ਤੇ ਫਿਰ ਤੁਸੀਂ ਉਹਨਾਂ ਸਮਾਂ ਹਾਰੇ ਨਹੀਂ ਮੰਨਦੇ। ਇਸ ਕਰਕੇ ਜਿਹੜੀ ਸਰਕਾਰ ਦੀ ਆਈਡੀਓਲੋਜੀ ਹੈਗੀ ਆ ਕਿ ਇਹ ਚਾਈਨਾ ਵਾਲਾ ਸਿਸਟਮ ਅਪਣਾ ਰਹੀ ਹੈ ਵੀ ਇਹਨੂੰ ਕਿਤੇ ਨਾ ਕਿਤੇ ਇਹਨੂੰ ਮੀਟਿੰਗ ਦੇ ਵਿੱਚ ਉਲਝਾਇਆ ਜਾਵੇ ਤਾਂ ਕਿ ਜੋ ਸਮਾਂ ਮਿਲ ਰਿਹਾ ਉਸ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਲੋਕਾਂ ਦਾ ਜਿਹੜਾ ਭਾਈਚਾਰਕ ਅਸੀਂ ਫੁੱਟ ਪਾਈ ਹੋਈ ਆ ਉਹਨੂੰ ਹੋਰ ਕਿਤੇ ਪ੍ਰਫੁੱਲਿਤ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਕਰਾ ਦਈਏ। ਇਹ ਜਿਹੜਾ ਅੰਦੋਲਨ ਆ ਉਹ ਤਾਰਪੀਟ ਹੋ ਜਾਵੇ ਤੇ ਸਾਨੂੰ ਜਿਹੜਾ ਦੂਜਾ ਮਸਲੇ ਦੇ ਜਿਹੜਾ ਹੱਲ ਕਿਉਂਕਿ ਇਸ ਟਾਈਮ ਪ੍ਰੈਸ਼ਰ ਜਿਹੜਾ ਹੈਗਾ ਸਾਡੇ ਕਿਸਾਨ ਯੂਨੀਅਨ ਤੇ ਵੀ ਹੈਗਾ ਕਿ ਇੰਨੀ ਆਵਾਮ ਬੈਠੀ ਹੈਗੀ ਆ, ਜੇਕਰ ਕੋਈ 19-21 ਹੁੰਦੀ ਆ ਤੇ ਉਹਨਾਂ ਦਾ ਕਿਤੇ ਨਾ ਕਿਤੇ ਜਵਾਬ ਦੇ ਉਹ ਹੈਗੇ ਆ ਤੇ ਉਹਨਾਂ ਤੇ ਵੀ ਇਹ ਪ੍ਰੈਸ਼ਰ ਬਿਲਡ ਹੋ ਰਿਹਾ ਜਿੰਨਾ ਇਹ ਸਮਾਂ ਪੈ ਰਿਹਾ ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਇਹ ਕਰ ਰਹੇ ਆ ਵੀ ਉਹਨਾਂ ਦੇ ਦਿਮਾਗ ਦੇ ਉੱਪਰ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਕਿਤੇ ਨਾ ਕਿਤੇ ਢਿੱਲੇ ਪੈ ਜਾਣ ਤੇ ਸਾਡੀਆਂ ਨਾਲ ਸੋਧਾਂ ਨਾਲ ਰਾਜੀ ਹੋ ਜਾਣ। ਨਹੀਂ, ਆਪਾਂ ਨੂੰ ਇਹ ਹਰ ਇੱਕ ਨੂੰ ਸੋਚਣਾ ਚਾਹੀਦਾ ਕਿ ਇਹ ਚੀਜ਼ ਨੂੰ ਬਣਾ ਕੇ ਰੱਖਿਆ ਜਾਵੇ। ਜਿਹੜੇ ਸੂਝਵਾਨ ਹੈਗੇ ਆ, ਸਮਝਦਾਰ ਹੈਗੇ ਆ, ਉਹ ਇਸ ਚੀਜ਼ ਨੂੰ ਸਮਝ ਰਹੇ ਆ, ਬਣਾ ਕੇ ਰੱਖ ਰਹੇ ਆ ਹੈਗੇ ਆ। ਪਰ ਕੀ ਹੈ, ਬਹੁਤ ਵੱਡਾ ਵਰਗ ਹੈ ਜਿਹੜਾ ਕੀ ਆ ਇੰਨਾ ਜ਼ਿਆਦਾ ਮਤਲਬ ਧਰਮਾਂ ਦੇ ਗ੍ਰੰਥ ਨਹੀਂ ਪੜ੍ਹੇ ਹੈਗੇ ਜਾਂ ਜਿਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ ਹੈਗਾ, ਜਿਹੜੇ ਐਡੇ ਜ਼ਿਆਦਾ ਨਹੀਂ ਉਹ ਹੈਗੇ ਗਿਆਨ ਰੱਖਦੇ, ਉਹ ਕਿਤੇ ਨਾ ਕਿਤੇ ਇਸ ਸਮੇਂ ਦੇ ਵਿੱਚ ਹੁੱਲੜਬਾਜੀ ਜਾਂ ਕੋਈ ਜਿਹਾ ਕੰਮ ਕਰ ਬੈਂਦੇ ਹੈਗੇ ਆ। ਉਹਦੀ ਗਲਤੀ ਦਾ ਜਿਹੜਾ ਖਮਿਆਜਾ ਹੈਗਾ ਉਹ ਪੂਰੇ ਮਤਲਬ ਸਾਡੇ ਸਿਸਟਮ ਨੂੰ ਇਹਨੂੰ ਭੁਗਤਣਾ ਪੈ ਸਕਦਾ ਹੈ। ਬਾਕੀ ਸਾਨੂੰ ਲੱਗ ਰਿਹਾ ਵੀ ਇਹ ਕੰਮ ਨੂੰ ਤਾਂ ਲੰਮਾ ਕੀਤਾ ਜਾ ਰਿਹਾ ਵੀ ਸ਼ਾਇਦ ਇਹ ਜਿਹੜੇ ਹੈਗੇ ਆ ਸਾਡੇ ਲੀਡਰ ਕਿਤੇ ਨਾ ਕਿਸੇ ਗੱਲੋਂ ਆਪਸ ਵਿੱਚ ਪਾੜ ਜਾਣ। ਪਰ ਸਾਨੂੰ ਇਹ ਸਾਡੇ ਪੰਜਾਬੀ ਵੀਰਾਂ ਤੋਂ ਇੰਨਾ ਕੁ ਮਾਣ ਹੈਗਾ ਹੈ ਕਿ ਦਿਨੋਂ ਦਿਨ ਜਿਹੜਾ ਇਹ ਸੰਘਰਸ਼ ਸਾਡਾ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਸੀਗੀਆਂ ਉਹ ਜਿਹੜੀਆਂ ਕਮੀਆਂ ਪੇਸ਼ੀਆਂ ਹੈ ਅਸੀਂ ਜਿਹੜੀਆਂ ਦੂਰ ਕਰ ਰਹੇ ਹਾਂ। ਸਾਡੇ ਕਿਸਾਨ ਵੀਰ ਸਮਝ ਰਹੇ ਆ। ਇੱਥੇ ਜਾਣ ਬੁੱਝ ਕੇ ਜਿਹੜਾ ਨੈੱਟ ਬੰਦ ਕੀਤਾ ਗਿਆ ਹੈ, ਇੱਥੇ ਸਾਡੇ ਰੇਂਜ ਨਹੀਂ ਆ ਰਹੀਗੀ ਵੀ ਤਾਂ ਜੋ ਇਹ ਮਤਲਬ ਇੱਕ ਦੂਜੇ ਨਾਲ ਸੰਪਰਕ ਨਾ ਕਰਨ। ਤੇ ਸਾਨੂੰ ਉਮੀਦ ਹੈਗੀ ਵੀ ਸਾਡੇ ਜਿਹੜੇ ਕਿਸਾਨ ਵੀਰ ਇਹ ਸਾਰੇ ਗੱਲ ਨੂੰ ਸਮਝਣਗੇ ਵੀ ਜੇ ਸਾਡਾ ਕੋਈ ਭਰਾ ਗਲਤੀ ਕਰਦਾ ਵੀ ਅਸੀਂ ਉਹਨੂੰ ਇੱਕ ਦੂਜੇ ਨੂੰ ਪਿਆਰ ਨਾਲ ਸਮਝਾਉਣਾ ਵੀ ਕੋਈ ਲੜਾਈ ਝਗੜੇ ਵਾਲੀ ਆਪਸ ਵਿੱਚ ਗੱਲ ਨਹੀਂ ਕਰਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਤੇ ਥੈਂਕ ਯੂ।